ਧੰਨ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਾਤਸ਼ਾਹ ਜੀ ਮਹਾਰਾਜ ਦੇ ਪਾਵਨ ਜੀਵਨ ਦੀ ਅਮਰ ਵਿਚਾਰ ਆਪਾਂ ਹਰ ਰੋਜ਼ ਵਿਚਾਰਦੇ ਹਾਂ। ਕੱਲ ਦਾ ਜਿਹੜਾ ਇਤਿਹਾਸ ਆਪਾਂ ਸਰਵਣ ਕੀਤਾ ਸੀ, ਸਿੱਖਾਂ ਨੇ ਆਪਣੀਆਂ ਭੁੱਲਾਂ ਬਖਸ਼ਾਨੀਆਂ, ਅੰਮ੍ਰਿਤ ਛਕਿਆ ਤੇ ਕਾਣੇ ਦਿਓ ਨੂੰ ਮਹਾਰਾਜ ਜੀ ਪਾਤਸ਼ਾਹ ਨੇ ਬਠਿੰਡੇ ਦੇ ਕਿਲੇ ਵਿੱਚੋਂ ਕੱਢਣਾ ਕਰਨਾ ਕੱਢਿਆ ਜੀ, ਉੱਥੋਂ ਉਹਦਾ ਉਧਾਰ ਕੀਤਾ ਤੇ ਸੰਗਤਾਂ ਨੂੰ ਉਹ ਤੋਂ ਮੁਕਤ ਕਰਾਉਣਾ ਕੀਤਾ, ਕਿਉਂਕਿ ਜੋ ਉਹ ਖਾਣਾ ਦਾਣਾ ਪੈਦਾ ਹੁੰਦਾ ਉਸ ਧਰਤੀ ਤੇ ਉਹ ਸਾਰਾ ਦਿਓ ਜਿਹੜਾ ਸੀਗਾ ਕਾਣਾ ਦਿਓ ਆਪਣੀ ਫੌਜਾਂ ਸਮੇਤ ਆ ਜਾਂਦਾ, ਸਾਰਾ ਕੁਝ ਚੁੱਕ ਕੇ ਲੈ ਜਾਂਦਾ। ਤੇ ਸਾਧ ਸੰਗਤ ਜੀ ਫਿਰ ਮਹਾਰਾਜ ਜੀ ਪਾਤਸ਼ਾਹ ਜੀ ਅਨੇਕਾਂ ਜੀਵਾਂ ਦੇ ਉਧਾਰ ਕਰਦੇ ਕਰਦੇ ਬਠਿੰਡੇ ਤੋਂ ਚੜ੍ਹ ਕੇ ਅੱਗੇ ਨੂੰ ਗਏ। ਬੜੇ ਪਿੰਡਾਂ ਵਿੱਚ ਦੂਰ ਦੂਰ ਤੱਕ ਮਹਾਰਾਜ ਨੇ ਜੰਗਲਾਂ 'ਚ ਜਾ ਕਰਕੇ ਸੰਗਤਾਂ ਨੂੰ ਉਪਦੇਸ਼ ਸੁਣਾ ਕਰਕੇ ਨਿਹਾਲ ਕੀਤਾ। ਸੰਗਤਾਂ ਪਵਿੱਤਰ ਹੁੰਦੀਆਂ ਗਈਆਂ ਤੇ ਗੁਰਮੁਖੋ ਡੱਲੇ ਦੇ ਪ੍ਰੇਰੇ ਹੋਏ ਗੁਰੂ ਸਾਹਿਬ ਜੀ ਨੇ ਫਿਰ ਬਠਿੰਡੇ ਤੋਂ ਚੱਲ ਕੇ ਪੰਜਾਂ ਕੋ ਅੱਗੇ ਮਹਿਮੇ ਪਿੰਡ ਜਾ ਕੇ ਡੇਰਾ ਲਾਇਆ ਤੇ ਉੱਥੇ ਫਿਰ ਮਹਾਰਾਜ ਜੀ ਦਮਦਮੇ ਆਏ ਤੇ ਸੂਬੇ ਦਾ ਪਰਵਾਨਾ ਆਇਆ ਮਜੀਦੇ ਦਾ। ਬਾਦਸ਼ਾਹਾਂ ਨੇ ਪਰਵਾਨਾ ਭੇਜਿਆ, ਉਹਨਾਂ ਦੇ ਦਫ਼ਤਰ ਵਿੱਚ ਇਸ ਦੇਸ਼ ਦਾ ਨਾਮ ਲੱਖੀ ਜੰਗਲ ਲਿਖਿਆ ਜਾਂਦਾ ਸੀ। ਇਸ ਕਰਕੇ ਗੁਰੂ ਸਾਹਿਬ ਜੀ ਵੀ ਲੱਖੀ ਜੰਗਲ ਬੋਲਦੇ ਰਹੇ। ਉੱਥੇ ਗੁਰੂ ਜੀ ਕੋਲ ਬੜੀ ਸੰਗਤ ਇਕੱਠੀ ਹੋਈ ਤੇ ਬਚਨ ਉਚਾਰਨਾ ਕੀਤਾ ਮਹਾਰਾਜ ਨੇ, ਸੁਣ ਕੇ ਸਦ ਮਾਹੀ ਦਾ ਮਾਹੀ ਪਾਣੀ ਘਾ ਮੁਤ ਉਹਨੇ ਕਿਸ ਦੇ ਨਾਲ ਨਾ ਰਲੀਆਂ ਕਾਈ ਕਿਹਾ ਸੋਕ ਪਾਇਓ ਨੇ ਲੱਖੀ ਜੰਗਲ ਖਾਲਸਾ ਹੋਸੀ। ਇਤਿਹਾਸਕ ਬੜੇ ਬਚਨ ਨੇ ਜੀ, ਇਤਿਹਾਸਕ ਮਹਾਰਾਜ ਨੇ ਉਚਾਰਨਾ ਕੀਤੇ, ਜਿਨ੍ਹਾਂ ਨੂੰ ਸੁਣ ਕੇ ਸਿੱਖ ਬਹੁਤ ਖੁਸ਼ ਹੋਏ। ਮਹਿਮੇ ਦੇ ਸਿੱਖਾਂ ਨੇ ਬੜੀ ਸੇਵਾ ਕੀਤੀ। ਅਗਲੇ ਦਿਨ ਸਮੀਰ ਦੇ ਕੋਟ ਪਾਸ ਆਏ ਤਾਂ ਉਥੋਂ ਦੇ ਪੈਂਚਾਂ ਨੇ ਡੱਲੇ ਨੂੰ ਸਰਦਾਰ ਸਮਝ ਕੇ, ਡੱਲੇ ਨੂੰ ਸਰਦਾਰ ਜਾਣ ਕੇ ਨਜ਼ਰਾਨੇ ਦਿੱਤੇ, ਭੇਟਾਵਾਂ ਦਿੱਤੀਆਂ। ਉਹਨੇ ਆਖਣਾ ਕੀਤਾ, ਭਾਈ ਗੁਰੂ ਦੇ ਹੁੰਦਿਆਂ ਮੈਂ ਤੁਹਾਥੋਂ ਆ ਭੇਟਾਵਾਂ ਜਿਹੜੀਆਂ ਨੇ, ਨਜ਼ਰਾਨੇ ਜਿਹੜੇ ਨੇ ਨਹੀਂ ਲੈ ਸਕਦਾ। ਮੇਰੇ ਤੇ ਤੁਹਾਡੇ ਪੂਜਣ ਯੋਗ ਇੱਕ ਗੁਰੂ ਹੀ ਹੈ। ਗੁਰੂ ਜੀ ਬੋਲੇ, ਭਾਈ ਡੱਲਿਆ ਕਰਾਮਾਤ ਨਾਲ ਮੁਲਾਕਾਤ ਵੱਡੀ ਹੈ, ਮਿਲਣਾ ਰੱਬ ਦੀ ਰਜ਼ਾ 'ਚ ਰਹੀਏ। ਉਥੋਂ ਸ਼ਿਕਾਰ ਖੇਡਦੇ ਮਹਾਰਾਜ ਅਗਲੇ ਦਿਨ ਭੁਖੜੀ ਪਿੰਡ ਜੋ ਮਹਿਮੇ ਤੋਂ 5 ਕੋ ਦੂਰ ਸੀਗੀ, ਉੱਥੇ ਜਾ ਉਤਰੇ ਮਹਾਰਾਜ। ਉੱਥੇ ਰਾਤ ਕੱਟੀ। ਦੂਜੇ ਦਿਨ ਦਮਦਮੇ ਪਹੁੰਚੇ ਤੇ ਗੁਰਮੁਖ ਪਿਆਰਿਓ ਦੀਵਾਨ ਵਿੱਚ ਸੂਬੇ ਸਰਹੰਦ ਵੱਲੋਂ ਫਰਮਾਨ ਆਇਆ, ਡੱਲੇ ਦੇ ਕੋਲ ਅਸਵਾਰ ਆਇਆ, ਉੱਥੋਂ ਭੇਜਣਾ ਕੀਤਾ। ਫਰਮਾਨ ਭੇਜਿਆ ਡੱਲੇ ਦੇ ਕੋਲ ਤੇ ਉਹਦੇ ਵਿੱਚ ਲਿਖਿਆ ਸੀ ਸੂਬਾ ਲਿਖਦਾ, ਮੈਂ ਸੁਣਿਆ ਤੇਰੇ ਘਰ ਬਾਦਸ਼ਾਹ ਦਾ ਵਿਰੋਧੀ ਜਿਸਨੇ ਬੇਸ਼ੁਮਾਰ ਸਾਹੀ ਸੈਨਾ ਖਪਾ ਛੱਡੀ ਹੈ, ਉਹ ਗੁਰੂ ਹੈ। ਇਹਨੂੰ ਫੜ ਕੇ ਮੇਰੇ ਕੋਲ ਭੇਜ। ਸੂਬਾ ਕਹਿੰਦਾ ਉਹਨੂੰ ਡੱਲੇ, ਨਹੀਂ ਤਾਂ ਮੈਂ ਚੜਾਈ ਕਰਕੇ ਆਵਾਂਗਾ, ਤੇਰੀ ਗੜੀ ਤੇਰਾ ਘਰ-ਬਾਰ ਜਿਹੜਾ ਹੈ ਇੱਟ ਨਾਲ ਇੱਟ ਮੈਂ ਖੜਕਾ ਦੇਣੀ ਆ, ਤੈਨੂੰ ਤੇ ਤੇਰੇ ਪਰਿਵਾਰ ਸਮੇਤ ਮਾਰ ਦਿੱਤਾ ਜਾਣਾ। ਚੰਗਾ ਚਾਹੁੰਦਾ ਤਾਂ ਬਾਗੀ ਨੂੰ ਆ ਗੁਰੂ ਨੂੰ ਫੜ ਕੇ ਮੇਰੇ ਸਪੁਰਦ ਕਰ, ਮੇਰੇ ਹਵਾਲੇ ਕਰ ਦੇ। ਫੜ ਲਿਆ ਇਹਨੂੰ। ਫਿਰ ਇਹਦਾ ਉੱਤਰ ਉੱਥੇ ਹੀ ਬੈਠਿਆਂ ਡੱਲੇ ਨੇ ਲਿਖਵਾ ਕੇ ਭੇਜ ਦਿੱਤਾ। ਉਹ ਆਖਣ ਲੱਗਿਆ, ਵਜੀਦ ਖਾਂ ਅੱਗੇ ਤੈਂ ਕੋਈ ਕਸਰ ਨਹੀਂ ਰੱਖੀ, ਕੋਈ ਤੈਨੇ ਕਮੀ ਨਹੀਂ ਛੱਡੀ,
ਕੋਈ ਕਸਰ ਨਹੀਂ ਤੂੰ ਛੱਡੀ, ਅੱਗੇ ਬੜਾ ਕੁਛ ਤੂੰ ਕੀਤਾ, ਬੜੇ ਸਾਧਨ ਕੀਤੇ ਨੇ। ਉਹ ਕਹਿੰਦਾ ਗੁਰੂ ਮੇਰੇ ਸਾਹਾਂ ਨਾਲ ਹੈ, ਗੁਰੂ ਮੇਰੇ ਪ੍ਰਾਣਾਂ ਨਾਲ ਹੈ। ਤੇਰੇ ਲਸ਼ਕਰ ਨੂੰ ਉਹ ਹੱਥ ਦਿਖਾਵਾਂਗੇ, ਤੇਰੇ ਲਸ਼ਕਰ ਨੂੰ, ਤੇਰੀਆਂ ਫੌਜਾਂ ਨੂੰ ਉਹ ਹੱਥ ਕਰਕੇ ਦਿਖਾਵਾਂਗੇ, ਤੂੰ ਜਿਉਂਦਾ ਨਹੀਂ ਰਹਿ ਸਕਦਾ। ਫਿਰ ਤੂੰ ਇੱਕ ਵਾਰੀ ਆਈ ਤਾਂ ਸਹੀ, ਤੈਨੂੰ ਜਿਉਂਦਾ ਨਹੀਂ ਜਾਣ ਦੇਵਾਂਗੇ, ਕਿਉਂਕਿ ਇਸ ਦੇਸ਼ ਵਿੱਚ ਸ਼ਾਹੀ ਫੌਜ ਆਪੇ ਤਿਹਾਈ ਮਰ ਜਾਣੀ। ਜਿੱਥੇ ਗੁਰੂ ਦੀ ਮਿਹਰ ਕਿਰਪਾ ਹੈ ਉੱਥੇ ਕੌਣ ਕਿਸੇ ਨੂੰ ਕੋਈ ਮਾਰ ਸਕਦਾ। ਤੇ ਗੁਰਮੁਖ ਪਿਆਰੇ ਫਿਰ ਦੂਜੇ ਦਿਨ ਕਹਿੰਦੇ ਸ਼ਿਕਾਰ ਖੇਡਣ ਮਹਾਰਾਜ ਅੱਗੇ ਨੂੰ ਗਏ ਤੇ ਸ਼ਿਕਾਰ ਖੇਡਣ ਗਏ। ਇੱਕ ਮਿਰਗ ਨੂੰ ਮਾਰ ਕੇ ਗੁਰੂ ਸਾਹਿਬ ਜੀ ਹੱਸੇ। ਮਿਰਗ ਮਾਰਿਆ, ਹੱਸਣਾ ਕੀਤਾ ਤੇ ਡੱਲੇ ਦੇ ਪੁੱਛਣ ਤੇ ਮਹਾਰਾਜ ਨੇ ਦੱਸਿਆ, ਉਹ ਆਖਦਾ ਸੀ ਨਾ ਮਹਾਰਾਜ ਵੀ ਇਹ ਮਿਰਗ ਨੂੰ ਕਿਉਂ ਮਾਰਿਆ ਤੁਹਾਨੂੰ? ਜਿਨ੍ਹਾਂ ਪਿੱਛੇ ਵੀ ਆਪਾਂ ਵਿਚਾਰਿਆ, ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਸ਼ਿਕਾਰ ਕੀਤਾ ਉਹਨਾਂ ਦਾ ਉਧਾਰ ਕੀਤਾ ਹੈ। ਐਵੇਂ ਨਹੀਂ, ਜੰਗ ਦੇ ਵਿੱਚ ਵੀ ਜਿਨ੍ਹਾਂ ਦੇ ਮਹਾਰਾਜ ਦੇ ਵਾਰ ਲੱਗੇ ਨਾ ਜੀ, ਉਹਨਾਂ ਦਾ ਵੀ ਉਧਾਰ ਹੋਇਆ। ਡੱਲੇ ਨੇ ਪੁੱਛਿਆ ਮਹਾਰਾਜ ਆਹ ਮਿਰਗ ਨੂੰ ਤੁਸੀਂ ਕਿਉਂ ਮਾਰਿਆ? ਗੁਰੂ ਸਾਹਿਬ ਆਖਣ ਲੱਗੇ, ਡੱਲਿਆ ਇਹ ਜਿਹੜਾ ਸੀ ਗੁਰੂ ਦਾ ਖਜ਼ਾਨਾ ਚੁਰਾਇਆ ਕਰਦਾ ਸੀ, ਚੋਰੀ ਕਰਦਾ ਸੀ ਗੁਰੂ ਦੇ ਖਜ਼ਾਨੇ। ਸੰਗਤਾਂ ਦੀ ਕਾਰ ਭੇਟਾ ਜਿਹੜੀ ਹੁੰਦੀ ਹੈ, ਬਥੇਰਾ ਵਰਜ ਰਹੇ, ਇਹ ਹਟਿਆ ਨਾ। ਇਹ ਬੇਹੱਕਾ ਖਾਂਦਾ ਸੀ। ਕਈਆਂ ਦੀ ਅੱਜ ਵੀ ਆਦਤਾਂ ਨਹੀਂ ਆਉਂਦੀ। ਜਿਹਦੇ ਮਨ ਵਿੱਚ ਲਾਲਚ ਆ ਗਿਆ ਨਾ, ਉਹਨੇ ਨਹੀਂ ਦੇਖਣੀ ਗੁਰੂ ਦੀ ਗੋਲਕਾ, ਉਹਨੇ ਨਹੀਂ ਦੇਖਣਾ ਗੁਰੂ ਦਾ ਪ੍ਰੇਮੀ ਪਿਆਰਾ ਜਾਂ ਗਰੀਬ ਕਿਸੇ ਗਰੀਬਾਂ ਦਾ ਹੱਕ ਹੈ। ਉਹਨੇ ਆਪਣੀ ਜੇਬ ਭਰਨੀ ਹੈ। ਪਰ ਇੰਨਾ ਸੋਚ ਲਿਓ ਜੇਬ 'ਚ ਤਾਂ ਆ ਜਾਣਗੇ, ਉਹ ਸਭ ਕੁਝ ਚਲਾ ਜਾਊ ਜਿਹੜਾ ਸਾਡੇ ਕੋਲ ਹੈ। ਬਾਣੀ ਦਾ ਫਰਮਾਨ ਹੈ ਜੀ, ਬਸਤ ਪਰਾਈ ਕੋਠ ਰੋਵੈ, ਕਰਮ ਧਰਮ ਸਗਲਾ ਹੀ ਖੋਵੈ। ਅੱਧੀ ਖਾ ਲੋ, ਲੋੜ ਨਹੀਂ ਪਾਪ ਦੀ ਕਮਾਈ ਦੀ। ਅੱਜ ਪਿਆਰੀ ਲੱਗਦੀ ਹੈ, ਕੱਲ ਨੂੰ ਨਹੀਂ ਰਹਿਣੀ। ਨਾਲੇ ਫਿਰ ਅੰਤ ਸਮਾਂ ਚੇਤੇ ਕਰੋ, ਨਾਲ ਜਾਂਦਾ ਕੁਛ ਵੀ ਨਹੀਂ। 2 ਟਾਈਮ ਦੀ ਇੱਜ਼ਤ ਦੀ ਖਾ ਲੋ, ਸੋਣਾ ਇੱਕ ਮੰਜੇ ਤੇ ਆ। ਮਹਾਰਾਜ ਆਖਣ ਲੱਗੇ ਬੜਾ ਸਮਝਾਇਆ ਸੀ ਉਹਨੂੰ, ਪਰ ਸਮਝਿਆ ਨਹੀਂ। ਤ੍ਰਿਸ਼ਨਾ ਵੱਧਦੀ ਗਈ, ਖਜ਼ਾਨਾ ਇਹ ਲੁੱਟਦਾ ਗਿਆ, ਪੈਸਾ ਚਰਾਉਂਦਾ ਗਿਆ, ਬਥੇਰਾ ਵਰਜਿਆ, ਪਰ ਇਹ ਹਟਿਆ ਨਾ। ਫਿਰ ਕਹਿੰਦੇ ਜੇ ਕੋਈ ਜੋ ਵੀ ਕੋਈ ਪਰਾਇਆ ਮਾਲ ਚੋਰੀ ਖਾਂਦਾ ਹੈ, ਉਹਦਾ ਮਾਸ ਖਾਧਾ ਜਾਂਦਾ ਹੈ। ਏਦਾਂ ਮੰਨੋ ਕਿ ਹੱਕ ਪੁਰਾਇਆ ਨਾਨਕਾ, ਉਸ ਸੂਅਰ ਉਸ ਗਾਏ। ਗੁਰਪੀਰ ਹਾਮਾ ਤਾਂ ਭਰੈ, ਜਾ ਮੁਰਦਾਰਨ ਖਾਏ। ਪਰਾਏ ਹੱਕ ਖਾਣੇ, ਦੂਜੇ ਦੇ ਹੱਕ ਮਾਰਨੇ, ਜਿਹਦੇ ਆਪਣਾ ਹੱਕੇ ਨਹੀਂ ਆ, ਮਾਸ ਖਾਣ ਦੇ ਬਰਾਬਰ। ਜਿਹੜੇ ਧਰਮ 'ਚ ਕਿਸੇ ਵੀ ਕੋਈ ਕਿਸੇ ਨੂੰ ਗਾਂ ਨੂੰ ਪਵਿੱਤਰ ਮੰਨਿਆ ਜਾਂਦਾ, ਗਾਂ ਨੂੰ ਪਵਿੱਤਰ ਮੰਨਦੇ ਨੇ ਹਿੰਦੂ ਧਰਮ, ਉਹ ਗਾਂ ਦਾ ਮਾਸ ਖਾਣ ਦੇ ਬਰਾਬਰ ਹੈ। ਮੁਸਲਿਮ ਵੀਰ ਸੂਰ ਨੂੰ ਪਵਿੱਤਰ ਮੰਨਦੇ ਨੇ, ਉਹਨਾਂ ਨੂੰ ਸੂਰ ਖਾਣ ਦੇ ਬਰਾਬਰ ਹੈ, ਮਾਸ ਖਾਣ ਦੇ ਬਰਾਬਰ ਹੈ ਜੀ। ਇਹ ਪਰਾਏ ਹੱਕ ਖਾਣੇ, ਇੱਕੋ ਗੱਲ ਹੈ। ਮਹਾਰਾਜ ਨੇ ਬੜਾ ਸਮਝਾਇਆ ਸੀ ਉਹਨੂੰ, ਪਰ ਸਮਝਿਆ ਨਾ। ਗੁਰੂ ਕੇ ਪਲੰਗ ਦੇ ਪਹਿਰੇ ਪਰ 10 ਸਿੰਘ ਰਾਤ ਨੂੰ ਰਿਹਾ ਕਰਦੇ ਸਨ। ਕਹਿੰਦੇ ਇੱਕ ਦਿਨ ਤਲਵੰਡੀ ਪਿੰਡ ਵਿੱਚ ਪੁਤਲੀਆਂ ਦਾ ਤਮਾਸ਼ਾ ਹੋਇਆ, ਨਾਚ ਗਾਣਾ। ਉੱਥੇ ਕਈਆਂ ਦੀ ਹਾਜ਼ਰੀ ਲੱਗ ਗਈ, ਕਈਆਂ ਦੀ ਲੱਗੀ ਨਹੀਂ। ਮਹਾਰਾਜ ਦੇ ਪਹਿਰੇ ਤੇ ਰਹਿੰਦੇ ਸਨ ਸਿੱਖ। ਇਹ ਪਹਿਲਾਂ ਸਮਝਾਇਆ ਕਿ ਭਾਈ ਪਰਾਇਆ ਹੱਕ ਨਹੀਂ ਖਾਣਾ, ਆਪਣੀ ਹੱਕ ਸੱਚ ਦੀ ਕਮਾਈ ਕਰੋ।
ਇਹਨਾਂ ਦੇ ਵਸ ਹੋ ਕਰਕੇ ਹੀ ਬੰਦਾ ਕੁਕਰਮ ਕਰਦਾ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜੋ ਵੀ ਆ, ਇਹਨਾਂ ਨੂੰ ਵਸ ਵਿੱਚ ਰੱਖਣਾ। ਹੁਣ ਜੇ ਜਮੀ ਲਾਲਚ ਛੱਡ ਦਿੱਤਾ, ਬੰਦਾ ਕੰਮ ਕਿਵੇਂ ਕਰੂ, ਬੱਚੇ ਕਿਵੇਂ ਪਾਲੂ? ਜੋ ਰੱਬ ਨੇ ਡਿਊਟੀਆਂ ਲਾਈਆਂ ਨੇ, ਪਦਾਰਥ ਸਾਹਮਣੇ ਨੇ, ਕਮਾਉਣੇ ਨੇ, ਹੱਕ ਸੱਚ ਦੀ ਕਰਕੇ, ਹੱਕ ਸੱਚ ਦੀ ਕਰਕੇ ਕਿ ਉਦਮ ਕਰਿੰਦਿਆਂ ਜੀਉ ਤੂੰ ਕਮਾਵੰਦਿਆਂ ਸੁਖ ਪੁੰਚ, ਧਿਆਇਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਹੱਕ ਸੱਚ ਦੀ ਕਮਾਈ ਕਰਨੀ ਹੈ, ਨਾ ਕਿ ਪਾਪ ਦੀ। ਇਹ ਨਹੀਂ ਵੀ ਤੂੰ ਕਾਰਾਂ ਕੋਠੀਆਂ ਨਾ ਬਣਾ, ਪਰ ਦਸਾਂ ਨਾਹਾਂ ਦੀ ਕਿਰਤ ਕਰਕੇ, ਕਿਸੇ ਦਾ ਦਿਲ ਦੁਖਾ ਕੇ ਨਹੀਂ, ਚੋਰੀਆਂ ਠੱਗੀਆਂ ਕਰਕੇ ਨਹੀਂ, ਕਰੀ ਜਾ। ਪਰ ਇੰਨਾ ਸੋਚ ਲਈ ਕਿ ਬਹੁ ਪਰ ਪੰਜ ਕਰ ਪਰ ਤਨ ਲਿਆਵੈ, ਸੁਤ ਦਾਰ ਆਪੈ ਆਣ ਨੂੰ ਲੁਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ, ਸਿਨ ਸਿਨ ਤਨ ਸੀਜੈ, ਜਰਾ ਜਨਾਵੈ, ਤਬ ਤੇਰੀ ਓਕ ਕੋਈ ਪਾਨੀ ਉਹ ਨਾ ਪਾਵੈ। ਸਿਨ ਸਿਨ ਕਰਕੇ ਸਰੀਰ ਸਿਜ ਰਿਹਾ, ਨਿਸ਼ਲ ਹੁੰਦਾ ਜਾਂਦਾ ਹੈ। ਇੱਕ ਦਿਨ ਉਹ ਆ ਜਾਣਾ, ਤਬ ਤੇਰੀ ਓਕ ਕੋਈ ਪਾਨੀ ਉਹ ਨਾ ਪਾਵੇ। ਕਿਸੇ ਨੇ ਪਾਣੀ ਨਹੀਂ ਪਾਉਣਾ ਬੁੱਕ ਚ। ਕਹਿਤ ਕਬੀਰ ਕੋਈ ਨਹੀਂ ਤੇਰਾ ਹਿਰਦੈ ਰਾਮ, ਸਮਾਰ ਸਵੇਰਾ। ਕੋਈ ਆਪਣਾ ਨਹੀਂ, ਇੱਕ ਪਰਮੇਸ਼ਰ ਦੀ ਬੰਦਗੀ, ਨਾਮ ਜਿਹੜਾ, ਡਿਊਟੀਆਂ ਲਾਓ, ਜ਼ਿੰਮੇਵਾਰੀਆਂ ਨਿਭਾਓ, ਦਸਾਂ ਨੌਹਾਂ ਦੀ ਕਿਰਤ ਕਰਦੇ ਹੋਏ। ਨਹੀਂ ਫਿਰ ਇੱਕ ਦਿਨ ਐਸਾ ਆ ਜਾਣਾ, ਆਪਣੇ ਜੀ ਨੂੰ ਹੀ, ਆਪਣੀ ਜਿੰਦ ਨੂੰ ਹੀ ਲੇਖਾ ਦੇਣਾ ਪੈਣਾ। ਮਹਾਰਾਜ ਨੇ ਆਖਿਆ, ਭਾਈ ਪਰਾਇਆ ਹੱਕ ਕਦੇ ਵੀ ਨਾ ਖਾਓ, ਹੱਕ ਸੱਚ ਦੀ ਕਮਾਈ ਕਰੋ। ਤੇ ਗੁਰਮੁਖੋ ਫਿਰ ਮਹਾਰਾਜ ਦੇ ਪਹਿਰੇ ਤੇ ਅੱਗੇ ਕਹਿੰਦੇ ਕਈ ਸਿੰਘ ਰਹਿੰਦੇ ਸਨ। ਨੇੜੇ ਕਿਤੇ ਪੁਤਲੀਆਂ ਦਾ ਤਮਾਸ਼ਾ ਹੋਇਆ, ਸਾਰਿਆਂ ਨੇ ਸਲਾਹ ਬਣਾਈ ਵੀ ਆਪਾਂ ਚੱਲਨੇ ਆ। ਕੁਝ ਡਰ ਗਏ, ਕੁਝ ਗਏ ਨਾ, ਕੁਝ ਚਲੇ ਗਏ। ਤੇ ਜਿਹੜੇ ਗਏ ਸਨ ਉਹਨਾਂ ਦਾ ਧਿਆਨ ਗੁਰੂ ਵੱਲ, ਕਿ ਗੁਰੂ ਸਾਹਿਬ ਜੀ ਨੂੰ ਪਤਾ ਨਾ ਲੱਗ ਜਾਏ, ਸਾਨੂੰ ਸਜ਼ਾ ਦੇਣਗੇ। ਉਹਨਾਂ ਦਾ ਧਿਆਨ ਗੁਰੂ ਵੱਲ, ਸਿਰਫ ਸਰੀਰ ਉੱਥੇ ਖੜਿਆ ਸੀ ਉਹਨਾਂ ਦਾ, ਪਰ ਮਨ ਗੁਰੂ ਦੇ ਚਰਨਾਂ ਸੀ। ਫਿਰ ਜਿਹੜੇ ਨਹੀਂ ਸਨ ਗਏ, ਉਹਨਾਂ ਦਾ ਧਿਆਨ ਉਧਰ, ਉਹ ਪਹਿਰੇ ਤੇ ਖੜੇ ਸਨ, ਪਰ ਧਿਆਨ ਉਹਨਾਂ ਦਾ ਉਹਨਾਂ ਪੁਤਲਿਆਂ ਤਮਾਸ਼ੇ ਦੇ ਵਿੱਚ ਸੀ ਵੀ ਅਸੀਂ ਵੀ ਚੱਲ ਜਾਂਦੇ। ਫਿਰ ਸਵੇਰ ਨੂੰ ਜਦੋਂ ਮਹਾਰਾਜ ਪਤਾ ਲੱਗਿਆ ਤੇ ਨਾਲੇ ਆਖਣ ਲੱਗੇ, ਭਾਈ ਤੁਸੀਂ ਸਾਡਾ ਪਹਿਰਾ ਕੀ ਕਰੋਗੇ? ਤੁਸੀਂ ਸਾਡਾ ਕੀ ਪਹਿਰਾ ਲਾਓਗੇ? ਕੀ ਸਾਡੇ ਪਹਿਰੇ ਤੇ ਖੜੋਗੇ? ਕੀ ਸਾਡੀ ਰਖਵਾਲੀ ਤੁਸੀਂ ਕਰੋਗੇ? ਸਾਡਾ ਰਖਵਾਲਾ ਉਹ ਪਰਮੇਸ਼ਰ ਹੈ, ਗੁਰੂ ਪਰਮਾਤਮਾ ਹੈ। ਤੁਹਾਡੇ ਵਿੱਚੋਂ ਜਿਹੜੇ ਇੱਥੇ ਸਾਨੂੰ ਉਹ ਦੇਖ ਰਹੇ ਸੀ ਤਮਾਸ਼ਾ, ਜਿਹੜੇ ਉੱਥੇ ਸਨ, ਭਾਵ ਗੈਰ ਹਾਜ਼ਰ ਤੇ ਹਾਜ਼ਰ। ਸਾਡੇ ਧਿਆਨ ਨੇ ਹੀ ਸਾਡੀ ਹਾਜ਼ਰੀ ਲਵਾਉਣੀ ਹੈ, ਵਿੱਚੋਂ ਜੋ ਸਿੱਖਣਾ ਹੈ ਧਿਆਨ ਨਹੀਂ ਹਾਜ਼ਰੀ ਲਵਾਉਣੀ ਹੈ। ਇਹ ਨਾ ਹੋਵੇ ਕਿ ਇੱਥੇ ਸਰੀਰੇ ਆ ਜੇ, ਧਿਆਨ ਸਾਡਾ ਆ ਵੀ ਨਾ, ਮਨ ਸਾਡਾ ਆ ਵੀ ਨਾ। ਹੁਣ ਕਈ ਘਰੇ ਬਹਿ ਕੇ ਰਜਾਈਆਂ 'ਚ ਬੈਠੇ ਨੇ, ਸੁਣ ਰਹੇ ਨੇ, ਧਿਆਨ ਉਹਨਾਂ ਦਾ ਜੁੜ ਜਾਂਦਾ ਗੁਰੂ ਚਰਨਾਂ 'ਚ। ਇਹ ਨਹੀਂ ਹੁਣ ਮੇਰੇ ਵਰਗਾ 24 ਘੰਟੇ ਇੱਥੇ ਹੀ ਰਹਿੰਦਾ, ਨਹੀਂ, ਇਹ ਤਾਂ ਸਰੀਰ ਦਾ ਰਹਿਣਾ, ਸਰੀਰ ਦਾ ਹੋਣਾ ਹੈ। ਗੱਲ ਜਿਹੜੀ ਹੈ ਮਨ ਨੂੰ ਲਿਆਉਣ ਦੀ ਆ, ਗੱਲ ਜਿਹੜੀ ਹੈ ਮਨ ਨੂੰ ਟਿਕਾਣੇ ਲਿਆਉਣ ਦੀ ਆ। ਇਸ ਤਰ੍ਹਾਂ ਗੁਰਮੁਖੋ ਉਹਨਾਂ ਨੇ ਹਾਜ਼ਰੀ ਲਵਾਈ ਤੇ ਕੁਛ ਗੈਰ ਹਾਜ਼ਰ ਹੋ ਗਏ। ਹੁੰਦੇ ਸੁਣਦੇ ਵੀ, ਹੁੰਦੇ ਹੋਏ ਵੀ ਮਹਾਰਾਜ ਦੇ ਚਰਨਾਂ 'ਚ ਉਹਨਾਂ ਦੀ ਗੈਰ ਹਾਜ਼ਰੀ ਹੋ ਗਈ। ਗੁਰੂ ਦੇ ਬਚਨਾਂ ਨੂੰ ਪੱਲੇ ਬੰਨ੍ਹ ਕੇ ਰੱਖੀਏ। ਜੋ ਜੋ ਗੁਰੂ ਦੇ ਚਰਨਾਂ 'ਚੋਂ ਪ੍ਰੇਮੀਓ ਸਿੱਖਿਆਵਾਂ ਮਿਲ ਰਹੀਆਂ ਨੇ ਮਹਾਰਾਜ ਦੇ ਚਰਨਾਂ 'ਚ, ਉਹਨੂੰ ਪੱਲੇ ਬੰਨ੍ਹ ਕੇ ਰੱਖੀਏ। ਇਹ ਗੁਰੂ ਦੇ ਬਚਨਾਂ ਦੁਆਰਾ ਹੀ ਸਾਡਾ ਉਧਾਰ ਹੋਏਗਾ। ਹਾਜ਼ਰੀ ਜਿਹੜੀ ਹੈ ਸਾਡੇ ਮਨ ਦੀ ਲੱਗਣੀ ਹੈ। ਸਿੱਖਿਆ ਜਿਹੜੀ ਹੈ ਆਪਣੇ ਹੱਕ ਸੱਚ ਤੇ ਬੰਦਾ ਤੁਰੇ, ਹੱਕ ਸੱਚ ਤੇ ਜੋ ਵੀ ਗੁਰੂ ਵੱਲੋਂ ਮਿਲ ਰਿਹਾ, ਮਹਾਰਾਜ ਦੇ ਰਹੇ ਨੇ ਗਿਆਨ, ਉਹ ਹਿਰਦੇ ਵਸਾਈਏ। ਨਹੀਂ ਸਾਧ ਸੰਗਤ ਜੀ,
ਖਾਲੀ ਗੇੜੇ ਮਾਰਨੇ, ਖਾਲੀ ਆਉਣਾ ਜਿਹੜਾ ਹੈ ਕਿਸੇ ਲੇਖੇ 'ਚ ਨਹੀਂ ਜੇ ਲੱਗਣਾ। ਗੁਰੂ ਦੇ ਬਚਨਾਂ ਨਾਲ, ਆ ਗੁਰੂ ਦੇ ਗਿਆਨ ਨਾਲ ਹੀ ਜੀਵਨ ਦਾ ਬੇੜਾ ਜਿਹੜਾ ਉਹ ਪਾਰ ਲੰਘਣਾ ਹੈ। ਤੇ ਮਹਾਰਾਜ ਵੀ ਵੇਖਦੇ ਸਨ ਕਿਹੜੇ ਕੱਚੇ ਨੇ, ਕਿਹੜੇ ਪੱਕੇ ਨੇ। ਮਹਾਰਾਜ ਆਖਣ ਲੱਗੇ, ਤੁਸੀਂ ਸਮਝਦੇ ਹੋ ਕਿ ਤੁਸੀਂ ਸਾਡੇ ਰਖਵਾਲੇ ਹੋ। ਸਾਡਾ ਰਖਵਾਲਾ ਕੇਵਲ ਇੱਕ ਪਰਮੇਸ਼ਰ ਹੈ। ਤੁਹਾਡਾ ਖਿਆਲ ਰੱਖਣਾ ਝੂਠ ਹੈ। ਸਾਡਾ ਰਖਵਾਲਾ, ਰੱਖਿਆ ਕਰਨ ਵਾਲਾ ਪ੍ਰਮਾਤਮਾ। ਉਸੇ ਦਿਨ ਕਿਸੇ ਨੇ ਆ ਕੇ ਖਬਰ ਦਿੱਤੀ, ਮਹਾਰਾਜ ਤਿਹਾੜੇ ਦੇ ਹਾਕਮਾਂ ਨੇ ਸੰਗਤ ਨੂੰ ਜੋ ਪੰਜਾਬ ਤੋਂ ਆ ਰਹੀ ਸੀ, ਉਹਨਾਂ ਜ਼ਾਲਮਾਂ ਨੇ ਰਸਤੇ ਵਿੱਚ ਘੇਰ ਕੇ ਲੁੱਟ ਲਿਆ। ਖਬਰ ਦਿੱਤੀ ਮਹਾਰਾਜ ਨੇ। ਗੁਰੂ ਜੀ ਸੁਣ ਕੇ ਚੁੱਪ ਹੋ ਗਏ। ਕੁਝ ਸਮਾਂ ਹੋਰ ਬੀਤਿਆ, ਇੱਕ ਸਿੱਖ ਹੋਰ ਆਇਆ, ਉਹਨੇ ਵੀ ਆ ਕੇ ਇਹ ਗੱਲ ਦੱਸੀ, ਮਹਾਰਾਜ ਰਸਤੇ 'ਚ ਤੁਰਕਾਂ ਦੀਆਂ ਫੌਜਾਂ ਨੇ ਸੰਗਤਾਂ ਨੂੰ ਲੁੱਟ ਲਿਆ। ਇੱਕ ਹੋਰ ਆਇਆ, ਉਹਨੇ ਵੀ ਇਹੀ ਵਰਤਾਂਤ ਸੁਣਾਇਆ। ਫਿਰ ਗੁਰੂ ਜੀ ਵੀਰ ਆਸਣ ਵਿੱਚ ਹੋ ਕਰ ਬਚਨ ਆਖਿਆ, ਮਹਾਰਾਜ ਨੇ ਆਖਿਆ ਬੜਾ ਚਰਜ ਹੋ ਕਰਕੇ, ਤੇ ਆਖਣ ਲੱਗੇ ਮਹਾਰਾਜ, ਆਖਣ ਲੱਗੇ, ਉਹ ਕਹਿੰਦੇ ਸੰਗਤਾਂ ਨਵਾਬ ਨੇ ਲੁੱਟ ਲੀਆਂ। ਸੰਗਤਾਂ ਨੂੰ, ਗੁਰੂ ਦੀਆਂ, ਗੁਰੂ ਨਾਨਕ ਦੀਆਂ ਸੰਗਤਾਂ ਨੂੰ ਨਵਾਬ, ਉਹ ਫੌਜਾਂ ਨੇ ਲੁੱਟਿਆ। ਇਹ ਆਵਾਜ਼ 3 ਵਾਰੀ ਸਾਨੂੰ ਸੁਣਾਈ। ਕਿਸੇ ਨੇ ਇਹ ਨਹੀਂ ਸੁਣਾਇਆ ਕਿ ਸੰਗਤਾਂ ਨੇ ਉਹਨਾਂ ਨੂੰ ਲੁੱਟਣਾ ਕੀਤਾ, ਕਿ ਤੁਰਕ ਮਾਰੇ ਗਏ, ਲੁੱਟੇ ਗਏ। ਕਿਸੇ ਨੇ ਨਹੀਂ ਸੁਣਾਇਆ। ਡਲ ਸਿੰਘਾ, ਹੁਣ ਅਸੀਂ ਐਸਾ ਖਾਲਸਾ ਪ੍ਰਗਟ ਕਰਾਂਗੇ, ਐਸੀ ਫੌਜ ਸਿੱਖਿਆਵਾਂ ਦੇਣੀਆਂ, ਸਜਾਉਣਾ ਕਰਨੀ ਹੈ। ਚਾਰੇ ਪਾਸੋਂ ਇਹ ਖਬਰਾਂ ਆਇਆ ਕਰਨਗੀਆਂ ਕਿ ਨਵਾਬ ਸੂਬਾ, ਉਹ ਕਸਬਾ ਤੁਰਕਾਂ ਦਾ, ਸਿੰਘਾਂ ਲੁੱਟ ਮਾਰ ਕਰਕੇ ਬੁਰਾ ਹਾਲ ਕਰ ਦਿੱਤਾ, ਬਰਬਾਦ ਕਰ ਦਿੱਤਾ ਹੈ। ਫਿਰ ਭਾਈ ਅਸੀਂ ਚੜਿਆਂ ਤੋਂ ਬਾਅਦ ਤੜਾਵਾਂਗੇ। ਇਹ ਭਵਿੱਖਤ ਵਚਨ ਥੋੜੇ ਹੀ ਚਿਰ ਪਿੱਛੋਂ ਵਰਤ ਗਿਆ। ਡੱਲੇ ਨੂੰ ਹੁਕਮ ਹੋਇਆ, ਭਾਈ ਤੂੰ ਆਪਣੀ ਸੈਨਾ ਦੇ ਹੱਥ ਲਾਠੀਆਂ ਕਰਕੇ ਸੰਗਤ ਨੂੰ ਖੋਹਣ ਜਾਂ ਮਾਰਨ ਦਾ ਦਿਖਾਵਾ ਕਰਨਾ, ਬਸਤ ਖੋ ਕੇ ਗਵਾਉਣੀ ਨਹੀਂ। ਕਿਉਂ? ਜੋ ਮੋੜਨੀ ਹੋਣੀ ਆ। ਸੰਗਤਾਂ ਨੂੰ ਤਿਆਰ ਕੀਤਾ ਜੀ। ਡੱਲੇ ਦੀਆਂ ਜਿਹੜੀਆਂ ਫੌਜਾਂ ਸੀ, ਗਈਆਂ ਸੰਗਤਾਂ ਦੇ ਹਮਲਾ ਕੀਤਾ ਨਕਲੀ। ਫਿਰ ਸੰਗਤਾਂ ਨੇ ਗੁਰਮੁਖੋ ਫਿਰ ਐਸੀ ਮਹਾਰਾਜ ਦੀ ਕਿਰਪਾ ਵਰਤੀ, ਮਾਰ ਮਾਰ ਕੇ ਉਹ ਫੌਜਾਂ ਨੂੰ ਭਜਾਉਣਾ ਕੀਤਾ। ਭਾਵ ਜ਼ੁਲਮ ਜੇ ਕਰਨਾ ਪਾਪ ਹੈ ਨਾ, ਜ਼ੁਲਮ ਸਹਿਣਾ ਵੀ ਪਾਪ ਹੈ। ਇਹ ਜ਼ੁਲਮ ਕਰਨਾ ਪਾਪ ਹੈ, ਜ਼ੁਲਮ ਸਹਿਣਾ ਵੀ ਪਾਪ ਹੈ। ਚੁੱਪ ਕਰਕੇ ਨੀਵੇਂ ਹੋ ਕੇ ਛਿੱਤਰ ਨਹੀਂ ਖਾਣੇ। ਅਗਲੇ ਨੂੰ ਅੱਗੋਂ 2 ਹੱਥ ਦਿਖਾਉਣੇ ਆ। ਜੇ ਕੋਈ ਗਲਤ ਕਰਦਾ ਨਾ, ਮਰਦੇ ਦਮ ਤੱਕ ਲੜਨਾ। ਫਿਰ ਲੜ ਕੇ ਦਿਖਾਇਆ ਸੰਗਤਾਂ ਨੇ, ਤਾਂ ਹੀ ਇੱਥੇ ਤੱਕ ਮਹਾਰਾਜ ਪੁੱਜੇ। ਤਾਂ ਹੀ ਮਹਾਰਾਜ ਨੇ ਸ਼ਸਤਰ ਧਾਰੀ ਬਣਾਉਣਾ ਕੀਤਾ ਹੈ। ਸਾਨੂੰ ਸ਼ਸਤਰ ਧਾਰੀ ਲੋੜ ਪੈਣ ਤੇ ਜੋ ਸ਼ਸਤਰ ਪਹਿਨਨੇ ਆ ਉਹ ਵਰਤ ਸਕੀਏ। ਇਹ ਨਹੀਂ ਵੀ ਕੇਵਲ ਪਾ ਕੇ ਰੱਖੋ। ਆਪਣਾ ਅੰਦਰੋਂ ਬੰਦਾ ਨਿਡਰ ਰਵੇ, ਨਿਡਰ। ਫਿਰ ਪਿੱਛੋਂ ਇਹ ਭਾਣਾ ਵਰਤ ਗਿਆ। ਸੰਗਤਾਂ ਨੇ ਉਹ ਫੌਜਾਂ ਜਿਹੜੀਆਂ ਸੀ ਜੀ, ਫਿਰ ਮਾਰ ਮਾਰ ਕੇ ਪਛਾੜ ਦਿੱਤੀਆਂ, ਭਜਾ ਦਿੱਤੀਆਂ। ਫਿਰ ਮਹਾਰਾਜ ਨੇ ਐਸੀ ਸੰਗਤ ਤਿਆਰ ਕੀਤੀ। ਆਖਣ ਲੱਗੇ ਸੀ ਸੰਗਤ ਨੂੰ ਯੁੱਧ ਕਰਨਾ ਸਿਖਾਉਣੇ ਆ। ਬਚਨ ਮੰਨ ਕੇ ਡੱਲੇ ਨੇ ਆਪਣੀ ਫੌਜ ਜਿਹੜੀ ਸੀ ਉਹ ਭੇਜੀ। ਫਿਰ ਜਦੋਂ ਜੰਗ ਹੋਇਆ, ਹੈ ਤਾਂ ਨਕਲੀ ਸੀ, ਪਰ ਸੰਗਤਾਂ ਨੇ ਗੁਰੂ ਦੇ ਬਖਸ਼ਿਓ ਜੋਸ਼ ਦੁਆਰਾ ਉਹਨਾਂ ਆਈਆਂ ਫੌਜਾਂ ਨੂੰ ਹਾਰ ਦਾ ਮੂੰਹ ਦਿਖਾ ਦਿੱਤਾ ਜੀ। ਬੜਾ ਸ਼ੋਰ ਮਚਿਆ। ਗੁਰੂ ਜੀ ਸੁਣਦੇ ਰਹੇ। ਸਿੱਖਾਂ ਨੂੰ ਭੇਜ ਕੇ ਲੜਾਈ ਫਿਰ ਹਟਾਈ। ਸੰਗਤਾਂ ਨੂੰ ਬੜੀ ਸ਼ਾਬਾਸ਼ ਬਖਸ਼ਿਸ਼ ਕੀਤੀ ਕਿ ਅਸੀਂ ਤਾਂ ਵੇਖਦੇ ਸਾਂ ਤੁਸੀਂ ਆਪਣੇ ਹੱਕਾਂ ਦੇ ਪ੍ਰਤੀ, ਆਪਣੀਆਂ ਵਸਤੂਆਂ ਬਚਾਉਣ ਦੇ ਪ੍ਰਤੀ ਲੜਦੇ ਹੋ, ਜਾਂ ਨਾ ਐਵੇਂ ਸੌਖੀ ਉਹਨਾਂ ਦੇ ਹੱਥਾਂ 'ਚ ਦੇ ਦਿੰਦੇ ਹੋ ਆਪਣੀਆਂ ਵਸਤੂਆਂ। ਅੱਜ ਤੋਂ ਬਾਅਦ ਆਪਣੇ ਹੱਕ ਨਹੀਂ ਛੱਡਣੇ, ਲੈ ਕੇ ਰਹਿਣਾ। ਸੋ ਆਓ ਜੀ, ਭੁੱਲਾਂ ਤੋਂ ਖਿਮਾ। ਅਗਲੀ ਵਿਚਾਰ ਜਿਹੜੀ ਆਪਾਂ ਅੱਗੇ ਵਿਚਾਰਾਂਗੇ। ਕੜਾਹ ਪ੍ਰਸ਼ਾਦ ਲਟਾਇਆ ਸੰਗਤਾਂ ਨੂੰ, ਜੰਗ ਕਰਨਾ ਸਿਖਾਉਣਾ ਕਰਨਾ ਮਹਾਰਾਜ ਨੇ। ਅੱਗੇ ਕੀ ਵਿਚਾਰਿਆ ਨੇ? ਮੇਨ ਜਿਹੜਾ ਮਕਸਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨੀ, ਬਾਣੀ ਲਿਖਵਾਉਣਾ, ਮਹਾਰਾਜ ਦਾ ਮੇਨ ਮੰਤਵ ਜਿਹੜਾ ਸੀਗਾ, ਕਾਰਜ ਜਿਹੜਾ ਸੀਗਾ,
ਮਹਾਰਾਜ ਉਹ ਕਾਰਜ ਵੱਲ ਨੂੰ ਵੱਧਦੇ ਜਾ ਰਹੇ ਨੇ। ਆਓ ਜੀ ਵਿਚਾਰਾਂ ਆਪਾਂ ਅੱਗੇ ਵਿਚਾਰਾਂਗੇ। ਹੋਈਆਂ ਭੁੱਲਾਂ ਤੋਂ ਖਿਮਾ। ਗੁਰੂ ਸਾਹਿਬ ਗੁਰੂ ਦੀ ਸੰਗਤ ਸਾਰੇ ਬਖਸ਼ਣ ਯੋਗ ਸੱਚੇ ਪਾਤਸ਼ਾਹ ਮਿਹਰ ਕਰਨ, ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਜੀ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਦਿਵਸ ਰਾਤ ਦੋਇ ਦਾਈ ਦਾਇਆ, ਚੰਗਿਆਈਆਂ ਬੁਰਿਆਈਆਂ ਕਰਮੀ ਆਪੋ ਆਪਣੀ, ਜਿਨੀ ਨਾਮ ਤੇ ਆਇਆ ਨਾਨਕ ਤੇ ਮੁਖ ਉਜਲੇ, ਜਿਨੇ ਨਾਮ ਤੇ ਆਇਆ ਨਾਨਕ ਤੇ ਮੁਖ ਉਜਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।